ਆਪਣਾ ਹੱਥ ਪਾਉਣਗੇ। Today only Jesus will put in his hands in your works. ਅਤੇ ਤੁਸੀਂ ਆਪਣੇ ਕੰਮਾਂ ਦੇ ਵਿੱਚ ਸਫਲਤਾ ਪਾਓਗੇ। You will be successful in what you do. ਅਤੇ ਅੱਜ ਮੇਰੀ ਇਹੀ ਪ੍ਰਾਰਥਨਾ ਹੈ And this is my prayer ਕਿ today. ਪਰਮੇਸ਼ਵਰ That God, ਅਤੇ ਤੁਸੀਂ ਅੱਜ ਇਹਨਾਂ ਦੇ ਕੰਮਾਂ ਵਿੱਚ ਹੱਥ ਪਾਓ। that you better put your hand in these people's work. ਮੈਂ ਇੱਕ ਵਿਅਕਤੀ ਦੀ ਜ਼ਿੰਦਗੀ ਦੀ ਕਹਾਣੀ ਪੜ੍ਹ ਰਿਹਾ ਸੀ And I was reading a man's story of life. ਅਤੇ ਉਸਨੇ ਦੱਸਿਆ ਕਿ ਇੱਕ ਵਾਰ ਉਸ ਦਾ ਟਰੱਕ ਜਿਹੜਾ ਸੀ ਉਹ ਮਿੱਟੀ ਦੇ ਵਿੱਚ ਫਸ ਗਿਆ। And he told me how his vehicle got entangled into muddy area. ਅਤੇ ਉਸਨੇ ਜਿਹੜੇ ਹੈਲਪਲਾਈਨ ਦੇ ਉੱਤੇ ਕਾਲ ਕੀਤੀ And he called on to some helpline. ਅਤੇ ਉਸ ਤੋਂ ਇੱਕ ਵੱਡੀ ਸਾਰੀ ਮਸ਼ੀਨ ਆਈ ਅਤੇ ਉਸ ਟਰੱਕ ਨੂੰ ਬਾਹਰ ਕੱਢਣ ਦੇ ਵਿੱਚ ਲੱਗ ਗਈ। And a big massive machine came and to take out that truck from that mud. ਪਰ ਫਿਰ ਵੀ ਜਿਹੜਾ ਟਰੱਕ ਸੀਗਾ ਉਸ ਮਸ਼ੀਨ ਦੇ ਨਾਲ ਵੀ ਬਾਹਰ ਨਹੀਂ ਨਿਕਲ ਰਿਹਾ ਸੀ। But still that truck could not come out of that machine. ਅਤੇ ਜਦੋਂ ਉਹ ਹੰਬ ਗਏ, ਹਾਰ ਗਏ, When they were exhausted, ਤੇ ਉਹ ਬੰਦਾ ਆਪਣੇ ਟਰੱਕ ਦੇ ਵਿੱਚ ਵੜਿਆ that man got into his truck. ਅਤੇ ਉੱਥੇ ਗੁੱਡੇ ਟੇਕ ਕੇ ਉਸਨੇ ਪ੍ਰਾਰਥਨਾ ਕੀਤੀ। And he knelt and prayed over there. ਉਸਨੇ ਕਿਹਾ ਪ੍ਰਭੂ He said, Lord, ਧਰਤੀ ਵਿੱਚ ਜਿੰਨਾ ਜ਼ੋਰ ਸੀ ਅਸੀਂ ਲਾ ਲਿਆ whatsoever the strength we have used. ਅਤੇ ਜਿੰਨੀ ਵੀ ਸਾਡੀ ਤਾਕਤ ਸੀ ਅਸੀਂ ਉਹਦਾ ਇਸਤੇਮਾਲ ਕਰ ਲਿਆ। And we have wasted away all our strength. ਹੁਣ ਇੱਥੇ ਸਾਡੀਆਂ ਮਸ਼ੀਨਾਂ, ਦਿਮਾਗ ਤੇ ਸਾਡੀ ਤਾਕਤ ਫੇਲ ਹੋ ਗਈਆਂ ਹਨ। No, our brains and machines and all our strength has failed today. ਹੁਣ ਅਸੀਂ ਤੇਰੇ ਅੱਗੇ ਗੋਡੇ ਟੇਕਦੇ ਹਾਂ। Now we kneel in front of you, Lord. ਹੁਣ ਇਸ ਕੰਮ ਦੇ ਵਿੱਚ ਤੁਸੀਂ ਆਪਣਾ ਹੱਥ ਪਾਓ Now you put in your hand in this work, Lord. ਅਤੇ ਤੁਸੀਂ ਸਵਰਗਦੂਤਾਂ ਨੂੰ ਹੁਕਮ ਦਿਓ And you command the angels ਤੇ ਉਹ ਮੇਰੇ ਵਾਸਤੇ ਇੱਥੇ ਕੰਮ ਕਰਨ that they do work for me. ਅਤੇ ਅੱਜ ਰਾਤ ਪੈਣ ਤੋਂ ਪਹਿਲਾਂ ਮੈਂ ਆਪਣਾ ਟਰੱਕ ਘਰ ਲੈ ਕੇ ਜਾਣਾ ਚਾਹੁੰਦਾ ਹਾਂ And before the night comes, I would like to take my truck back ਤੇ home. ਮੇਰੀ ਮਦਦ ਕਰੋ। And help me. ਉਸਨੇ ਫਿਰ ਥੱਲੇ ਉਤਰ ਕੇ ਮਸ਼ੀਨ ਵਾਲਿਆਂ ਨੂੰ ਕਿਹਾ And he got down from the truck and told them, Master Machine, ਮੇਰੇ ਕਹਿਣ ਤੇ ਇੱਕ ਵਾਰ ਫਿਰ ਟਰਾਈ ਕਰ ਲਓ। by my saying, try once more. ਜੇ ਤੁਸੀਂ ਅੱਜ ਕਾਮਯਾਬ ਹੋ ਗਏ ਠੀਕ ਹੈ, ਨਹੀਂ ਤਾਂ ਕੋਈ ਗੱਲ ਨਹੀਂ। If you are successful in this, then it's okay. ਉਹਨਾਂ ਨੇ ਕਿਹਾ ਅਸੀਂ ਲੋੜ ਤੋਂ ਵੱਧ ਪਹਿਲਾਂ ਹੀ ਕੰਮ ਕਰ ਚੁੱਕੇ ਹਾਂ। They said, we have been doing and toiling since last so much time. ਕੋਈ ਚਾਂਸ ਨਹੀਂ ਹੈ ਇਸ ਲੌਰੀ ਦੇ ਕੇ ਉੱਥੋਂ ਨਿਕਲ ਜਾਵੇ। There is no chance that the truck comes out of this mud. ਜਿੰਨਾ ਚੱਕਰ ਥੱਲੇ ਜ਼ਮੀਨ ਸੁੱਕ ਨਹੀਂ ਜਾਂਦੀ Till the time the mud doesn't get dry, ਸਾਨੂੰ ਇੱਥੇ ਇੰਤਜ਼ਾਰ ਕਰਨਾ ਪਵੇਗਾ। we'll have to wait over here. ਕੁਝ ਦਿਨਾਂ ਦੇ ਬਾਅਦ ਅਸੀਂ ਆਵਾਂਗੇ ਤੇ ਟਰੱਕ ਨੂੰ ਜ਼ਰੂਰ ਕੱਢਾਂਗੇ। After a few days, we will coming and just take out the truck out. ਉਸਨੇ ਕਿਹਾ ਨਹੀਂ, He said, no. ਮੈਂ ਹੁਣੇ ਜੀਸਸ ਉਹਦੇ ਚਰਨਾਂ 'ਚ ਪ੍ਰਾਰਥਨਾ ਕੀਤੀ ਆਪਣੀ ਮਦਦ ਲਈ। He said that just now I have prayed for the help from Jesus. ਉਸਨੇ ਪੁੱਛਿਆ ਕਿ ਤੂੰ ਯਿਸੂ ਮਸੀਹ ਤੇ ਵਿਸ਼ਵਾਸ ਕਰਦਾ ਹੈ? And they asked him, do you believe on Jesus Christ? ਉਸਨੇ ਕਿਹਾ ਹਾਂ ਮੈਂ ਉਸ ਤੇ ਵਿਸ਼ਵਾਸ ਕਰਦਾ ਹਾਂ। He said, yes, I believe on Jesus. ਜਦੋਂ ਹੀ ਉਹਨਾਂ ਨੇ ਮਸ਼ੀਨ ਲਾਈ The moment they started the machine, 10 ਮਿੰਟ ਦੇ ਵਿੱਚ ਟਰੱਕ ਬਾਹਰ ਆ ਗਿਆ। in 10 minutes of time, that truck came out of that muddy area. ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ, And I want to tell you, ਜਦੋਂ ਤੁਸੀਂ ਪਰਮੇਸ਼ਰ ਦੇ ਅੱਗੇ ਘੁਟਨੇ ਟੇਕਦੇ ਹੋ, when you kneel in front of God, ਜਦ ਤੁਸੀਂ ਪਰਮੇਸ਼ਰ ਨੂੰ ਕਹਿੰਦੇ ਹੋ when you tell God, ਪ੍ਰਭੂ ਮੇਰੇ ਕੰਮ ਵਿੱਚ ਹੱਥ ਪਾ, Lord, put your hand in my work, ਆਪਣੇ ਸਵਰਗਦੂਤਾਂ ਨੂੰ ਭੇਜ, send your angels, ਉਹ ਮੇਰੀ ਮਦਦ ਕਰ ਜਾਣ। and may they help me. ਤੁਹਾਨੂੰ ਆਪਣੇ ਆਪ ਦੇ ਵਿੱਚ ਇੱਕ ਜਦੋਂ ਚਰਚ ਨੂੰ ਆਉਣੇ ਇੱਕ ਐਦਾਂ ਹੋਣਾ ਕਿ ਬਸ ਅਸੀਂ ਅੱਜ ਰੱਬ ਨਾਲ ਗੱਲ ਕਰਨੀ ਆ। You should have such an enthusiasm when you come to church. We need to talk to God. ਇਸ ਤਰ੍ਹਾਂ ਮਧੋਲੇ ਜੇ ਨਹੀਂ ਹੋਣਾ ਹੈਗਾ, Not the one like a ਆਲਸੀ ਬਣ ਕੇ ਨਹੀਂ ਹੋਣਾ ਹੈ। didn't come like a lazy people. ਮੈਂ ਬਹੁਤ ਸਾਰੇ ਲੋਕਾਂ ਨੂੰ ਵੇਖਦਾ ਜਿਹੜੇ ਆਲਸੀ ਪੁਣੇ ਨਾਲ ਆਉਂਦੇ ਹਨ। I see many people coming in laziness. ਉਹ ਇੰਨੇ ਜ਼ਿਆਦਾ ਬਿਮਾਰ ਨਹੀਂ ਹੈਗੇ, They are not sick that much. ਆਟੋ 'ਚ ਉਤਰ ਕੇ ਸਿੱਧਾ ਕੁਰਸੀ ਤੇ ਬਹਿ ਜਾਂਦੇ ਨੇ। They come out of auto and sit on a chair. ਉਹਨਾਂ ਦੇ ਬੈਠਣ ਦਾ ਸਟਾਈਲ ਇੱਕ ਰਾਜਿਆਂ ਦੀ ਤਰ੍ਹਾਂ ਹੁੰਦਾ ਹੈ। And they sit like a king. ਜਦੋਂ ਵੀ ਸਟੇਜ ਤੋਂ ਅਨਾਉਂਸ ਕਰਦੇ ਆਜੋ ਖੜੇ ਹੋਈਏ ਪਰਮੇਸ਼ਰ ਦੀ ਵਡਿਆਈ ਕਰੀਏ, When it is announced from the stage, come let us stand and glorify God. ਅਤੇ ਫਿਰ ਉਹ ਲੱਤ ਤੇ ਲੱਤ ਰੱਖ ਕੇ ਬੈਠ ਜਾਂਦੇ ਹਨ। And then they keep leg upon leg and just sit down. ਮੈਨੂੰ ਸਮਝ ਨਹੀਂ ਆਉਂਦੀ ਉਹ ਕਿਸ ਸੋਚ ਦੇ ਨਾਲ ਆਉਂਦੇ ਆ ਇੱਥੇ। I do not understand with what thought they come over here. ਪਰਮੇਸ਼ਰ ਦੇ ਕੋਲੋਂ ਤੁਸੀਂ ਬਰਕਤ ਲੈਣ ਲਈ ਆ ਰਹੇ ਹੋ। You are coming to get the blessing from the Lord. ਤੁਸੀਂ ਖੜੇ ਡੈਗ ਭਾਵਾਂ ਪਾਓ, ਪਰ ਤੁਸੀਂ ਖੜੇ ਹੋਣ ਦਾ ਫੈਸਲਾ ਕਰੋ। You need to stand, let it you just fall, but you need to stand and make a determination. ਕਿਉਂਕਿ ਜਿਸ ਦੇ ਲਈ ਤੁਸੀਂ ਖੜੇ ਹੁੰਦੇ ਹੋ, The day you stand, ਉਹ ਤੁਹਾਨੂੰ ਕਦੇ ਵੀ ਡਿੱਗਣ ਨਹੀਂ ਦਿੰਦਾ। He'll never let you fall. ਬਾਈਬਲ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, It is written in the Bible like this. ਭਈ ਉਹ ਡਿੱਗਿਆ ਹੋਇਆਂ ਨੂੰ ਸਹਾਰਾ ਦਿੰਦਾ ਹੈ। He
just supports all those who are about to fall. ਅਤੇ ਉਹ ਡਿੱਗੇ ਹੋਇਆਂ ਨੂੰ ਖੜੇ ਕਰਦਾ ਹੈ And he makes those who stand who ਅਤੇ are ਜਿੰਨੇ ਵੀ fallen. ਕੁੱਬੇ ਉਹਨਾਂ ਨੂੰ ਸਿੱਧੇ ਕਰਦਾ ਹੈ। And all those who are bent upon, he makes them straighten. ਮੈਨੂੰ ਬਾਈਬਲ ਦੇ ਵਿੱਚ ਇੱਕ ਔਰਤ ਦੀ ਗੱਲ ਯਾਦ ਆ ਰਹੀ I ਹੈ remember the story of a woman ਜਿਹੜੀ ਇੱਕ ਬਜ਼ੁਰਗ ਔਰਤ ਸੀ who was an old lady. ਅਤੇ ਯੀਸ਼ੂ ਮਸੀਹ ਇੱਕ ਦਿਨ ਸਮਾਜ ਦੇ ਵਿੱਚ ਪ੍ਰਚਾਰ ਕਰ ਰਹੇ ਸਨ Jesus was preaching in the society. ਅਤੇ ਬਹੁਤ ਸਾਰੇ ਲੋਕ ਇੱਥੇ ਇਕੱਠੇ ਹੋ ਕੇ ਉਸ ਦੇ ਪ੍ਰਚਾਰ ਨੂੰ ਸੁਣ ਰਹੇ ਸਨ। Many people were gathered and listening to him. ਇੱਕ ਔਰਤ ਆਈ ਜਿਹੜੀ ਕੁੱਬੀ ਸੀਗੀ A woman came who was bent upon. ਅਤੇ ਉਹ ਲੱਕ ਤੋਂ ਬਿਲਕੁਲ ਬੈਂਡ ਹੋ ਚੁੱਕੀ ਸੀ And she was crunched back. ਅਤੇ ਬਹੁਤ ਸਾਰੇ ਲੋਕ ਜਾਣਦੇ ਹਨ ਕਿ ਜਦੋਂ ਆਦਮੀ ਕੁੱਬਾ ਹੋ ਜਾਂਦਾ ਹੈ Many know when a man or woman gets bent. ਅਤੇ ਉਸ ਦੇ ਲਈ ਬਹੁਤ ਮੁਸ਼ਕਿਲ ਹੁੰਦਾ ਹੈ ਕਿ ਉਹ ਲੋਕਾਂ ਦੇ ਵਿੱਚ ਜਾ ਕੇ ਆਪਣਾ ਜੀਵਨ ਬਤੀਤ ਕਰੇ And it's a real big problem for him to go into the society and spend his life. ਅਤੇ ਜਿਹੜਾ ਵਿਅਕਤੀ ਕੁੱਬਾ ਹੋ ਜਾਂਦਾ ਹੈ ਉਹ ਜ਼ਮੀਨ ਦੇ ਵੱਲ ਆਪਣੀਆਂ ਅੱਖਾਂ ਕੱਢ ਲੈਂਦਾ ਹੈ And the one who is bent upon, he has his eyes only on the earth. ਅਤੇ ਉਸ ਨੂੰ ਬੜੀ ਮੁਸ਼ਕਿਲ ਆਉਂਦੀ ਹੈ ਕਿ ਲੋਕਾਂ ਨਾਲ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕੇ He has a problem looking towards the eyes of the people who are straight. ਅਤੇ ਸ਼ੈਤਾਨ ਉਹਨਾਂ ਨੂੰ ਬੈਂਡ ਕਰ ਦਿੰਦਾ ਹੈ And the Satan makes them bent upon. ਬਿਮਾਰੀਆਂ ਉਹਨਾਂ ਨੂੰ ਬੈਂਡ ਕਰ ਦਿੰਦੀਆਂ The ਹਨ sickness makes them bent upon. ਬੋਝ ਉਹਨਾਂ ਨੂੰ ਝੁਕਾ ਦਿੰਦਾ ਹੈ And the burden bends them upon. ਪਰ ਬਾਈਬਲ ਦੇ ਵਿੱਚ ਲਿਖਿਆ ਹੈ But it is written in the Bible. ਯੀਸ਼ੂ ਮਸੀਹ ਆਏ ਹਨ Jesus Christ is ਤਾਂ come ਕਿ ਸਾਰੇ ਕੁੱਬੇ ਸਿੱਧੇ ਹੋ ਜਾਣ that all those who are bent upon be straightened. ਜਿਨ੍ਹਾਂ ਨੂੰ ਸ਼ੈਤਾਨ ਨੇ ਆਪਣੀ ਕਲਾਬੇ ਦੇ ਵਿੱਚ ਲਿਆ ਆ ਉਹਨਾਂ ਨੂੰ ਆਜ਼ਾਦ ਕੀਤਾ ਜਾਵੇ And all those who are into the bondage of the Satan, may he take them inside him. ਅਤੇ ਜਿੰਨੇ ਝੁਕੇ ਹੋਏ ਨੇ ਉਹ ਯੀਸ਼ੂ ਦੇ ਨਾਂ ਦੇ ਵਿੱਚ ਸਟੇਟ ਹੋ ਜਾਣ And may all those who are bent be straightened in the name of Jesus Christ. ਅਤੇ ਯੀਸ਼ੂ ਮਸੀਹ ਉੱਥੇ ਪ੍ਰਚਾਰ ਕਰ ਰਹੇ ਸਨ And Jesus Christ was preaching over there. ਅੱਜ ਵੀ ਯੀਸ਼ੂ ਮਸੀਹ ਸਾਡੇ ਵਿੱਚ ਹਨ Today also Jesus in the midst of us. ਕਿਉਂਕਿ ਮੈਂ ਇਸ ਗੱਲ ਦੇ ਉੱਤੇ ਵਿਸ਼ਵਾਸ ਕਰਦਾ ਹਾਂ For I believe on this talk. ਹਰੇਕ ਦਾ ਆਪੋ ਆਪਣਾ ਵਿਸ਼ਵਾਸ ਹੋ ਸਕਦਾ ਹੈ Everyone has a different thought of his. ਤੁਹਾਡਾ ਵਿਸ਼ਵਾਸ ਕੁਝ ਹੋਰ ਹੋ ਸਕਦਾ ਹੈ Your faith might be different. ਪਰ ਜੋ ਪਿੱਛੇ ਬੈਠੇ ਉਹਨਾਂ ਦਾ ਕੁਝ ਹੋਰ ਹੋ ਸਕਦਾ The ਹੈ ones at the back might be having different faith. ਜੋ ਸਟੇਜ ਤੇ ਖੜੇ ਉਹਨਾਂ ਦਾ ਹੋਰ ਹੋ ਸਕਦਾ ਹੈ Ones on the stage might be having different faith. ਅਤੇ ਜੋ ਚਰਚ ਤੋਂ ਬਾਹਰ ਉਹਨਾਂ ਦਾ ਹੋਰ ਹੋ ਸਕਦਾ The ਹੈ ones outside this church, they might have a different ਪਰ faith. ਮੇਰਾ ਵਿਸ਼ਵਾਸ ਹੈ My faith ਬਈ is ਪਵਿੱਤਰ ਆਤਮਾ ਜੋ ਯਿਸੂ ਮਸੀਹ ਨੇ ਭੇਜਿਆ ਹੈ the Holy Spirit whom Jesus Christ has sent, ਜੋ ਸਾਡੇ ਵਾਸਤੇ ਭੇਜਿਆ ਗਿਆ ਹੈ for who was sent for us. ਅਤੇ ਉਹ ਸਾਡੇ ਵਿੱਚ ਮੌਜੂਦ ਹੈ He is present in the midst of us. ਅਤੇ ਆਪਣਾ ਕੰਮ ਕਰ ਰਿਹਾ ਹੈ Who is doing his work. ਅੱਜ ਵੀ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਛੂ ਰਿਹਾ ਹੈ And many lives he is just touching. ਇੱਥੇ ਹੀ ਆਉਣਾ ਹੀ ਪਰਮੇਸ਼ਵਰ ਦੇ ਨਾਲ ਆਪਣਾ ਰਿਸ਼ਤਾ ਬਣਾਉਣਾ ਹੈ And coming over here is to make a relationship with God. ਜਦੋਂ ਤੁਸੀਂ ਇੱਥੇ ਐਂਟਰ ਕਰ ਗਏ ਹੋ The moment you enter this place, ਫਿਰ ਮੈਂ ਤੁਹਾਨੂੰ ਮਿਲਾਂ ਜਾਂ ਨਾ ਮਿਲਾਂ ਕੋਈ ਮਾਇਨਾ ਨਹੀਂ ਰੱਖਦਾ whether I meet you or not doesn't matter. ਪਰ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ But I want to tell you one thing. ਤੁਸੀਂ ਇਸ ਦਿਲ ਦੇ ਨਾਲ ਆਓ Come with a heart. ਬਈ ਜਿਹੜੀ ਨੈਚੁਰਲ ਪਾਵਰ ਆ The one who is the natural and superpower. ਜਿਹੜੀ ਨੈਚੁਰਲ ਪਾਵਰ ਆ ਤੁਸੀਂ ਉਹਦੇ ਰਿਸ਼ਤੇ ਵਿੱਚ ਆ ਜਾਓ The one who is the natural power, we should come in a relationship with that power. ਅਤੇ ਜਦ ਤੁਸੀਂ ਉਹਦੇ ਰਿਸ਼ਤੇ ਵਿੱਚ ਆ ਜਾਓਗੇ When you come in relation with him, ਉਹਦਾ ਰਿਸ਼ਤਾ ਤੁਹਾਨੂੰ ਬੜੀ ਮਜ਼ਬੂਤੀ ਦੇ ਨਾਲ ਖੜੇ ਕਰੇਗਾ his relation will make you in a big way to stand. ਅਤੇ ਤੁਸੀਂ ਪਰਮੇਸ਼ਵਰ ਦੀ ਆਸ਼ੀਸ਼ ਨੂੰ ਆਪਣੇ ਜੀਵਨ ਦੇ ਅੰਦਰ ਉਦੋਂ ਤੋਂ ਹੀ ਗ੍ਰਹਿਣ ਕਰਨਾ ਸ਼ੁਰੂ ਕਰੋਗੇ And since that time you will start receiving the blessing of God into your life. ਅਤੇ ਪਰਮੇਸ਼ਵਰ ਦੀ ਆਸ਼ੀਸ਼ ਜਦੋਂ ਤੁਹਾਡੇ ਜੀਵਨ ਦੇ ਅੰਦਰ ਆਏਗੀ And when the blessing of God comes in your life, ਤੁਹਾਡੀ ਜ਼ਿੰਦਗੀ ਬਦਲ ਜਾਊਗੀ your life will transform. ਜ਼ਿੰਦਗੀ ਬਦਲ ਜਾਊਗੀ Life will change. ਟੋਟਲੀ ਪੂਰੀ ਦੀ ਪੂਰੀ ਜ਼ਿੰਦਗੀ ਬਦਲ ਜਾਏਗੀ Whole of your life will change. ਅਤੇ ਕਿੰਨੇ ਚਾਹੁੰਦੇ ਨੇ ਕਿ ਉਹਨਾਂ ਦੀ ਪੂਰੀ ਜ਼ਿੰਦਗੀ ਬਦਲ ਜਾਏ And how many of you wants that full Hallelujah. life? Hallelujah. ਬਸ ਸਮਝੋ ਬਦਲ ਗਈ ਅੱਜ ਜ਼ਿੰਦਗੀ And assume it has changed. ਤਾਲੀ ਵਜਾਈਏ ਇਸ ਖੁਸ਼ੀ ਦੇ ਅੰਦਰ Clap for this happiness. ਮੇਰੀ ਜ਼ਿੰਦਗੀ ਬਦਲ ਗਈ ਹੈ My life has changed. ਯੀਸ਼ੂ ਮਸੀਹ ਦੇ ਨਾਮ ਵਿੱਚ In the name of Jesus Christ. ਆਮੇਨ Amen. ਅੱਜ ਭਵੇਂ ਤੁਹਾਡੇ ਨਾਲ ਕੋਈ ਆਇਆ ਹੈ Might be someone has come with you ਜਿਸ ਨੂੰ ਤੁਹਾਡੀ ਜ਼ਿੰਦਗੀ ਦੀ ਸਾਰੀ ਪਿਕਚਰ ਪਤਾ ਹੈ who knows the whole picture of your life. ਉਹ ਤੁਹਾਡੀ ਜ਼ਿੰਦਗੀ ਦੀ ਸਾਰੀ ਤਸਵੀਰ ਨੂੰ ਜਾਣਦਾ ਹੈ And he knows all the picture that is in your life. ਅੱਜ ਉਸ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਹੋ ਮੇਰੀ ਜ਼ਿੰਦਗੀ ਬਦਲ ਗਈ ਹੈ Just peep into his eyes and say, my life has changed. ਇਸ ਗੱਲ ਦਾ ਦਾਵਾ ਪਾਓ And just affirm it. ਕਿਉਂਕਿ ਤੁਹਾਡੇ ਸ਼ਬਦਾਂ ਵਿੱਚ ਤਾਕਤ ਹੈ For your word has power. ਅਤੇ ਉਹ ਜਿਹੜੀ ਪਾਵਰ ਹੈ ਅਸੀਂ ਅੱਜ ਉਸ ਦਾ ਇਸਤੇਮਾਲ ਕਰ ਰਹੇ ਹਾਂ And the power that is, we are using it. ਤੇ ਪਰਮੇਸ਼ਰ ਯਿਸੂ ਮਸੀਹ ਇਸ ਦੁਨੀਆ ਤੇ ਆਏ And Lord Jesus Christ came into this world ਪਾਪੀਆਂ ਨੂੰ ਬਚਾਉਣ ਵਾਸਤੇ to save the sinners. ਕਿਸ ਨੂੰ ਬਚਾਉਣ ਵਾਸਤੇ To whom does he want to change? ਉੱਚੀ ਆਵਾਜ਼ ਦੇ ਵਿੱਚ ਬੋਲੀਏ With a loud,
ਪਾਪੀਆਂ ਨੂੰ ਬਚਾਉਣ ਵਾਸਤੇ। to save the sinners. ਤੇ ਪਾਪੀ ਕੌਣ ਆ? Who are sinners? ਸਾਡੇ ਖਿਆਲ 'ਚ ਪਾਪੀ ਜਿਹੜਾ ਮੇਰੇ ਮੋਹਰੇ ਬੈਠਾ ਇਹ ਆ, We think that the one sitting ahead of me is a sinner. ਤੇ ਸਾਡੇ ਖਿਆਲ 'ਚ ਜਿਹੜਾ ਸੱਜੇ ਬੈਠਾ ਇਹ ਪਾਪੀ ਆ, Or we think the right side one is the sinner. ਜਿਹੜਾ ਖੱਬੇ ਬੈਠਾ ਉਹ ਪਾਪੀ ਹੈ, Or the one who is on the left side, he's a sinner. ਜਿਹੜਾ ਪਿੱਛੇ ਬੈਠਾ ਉਹ ਪਾਪੀ ਹੈ। Or one at the back, he's a sinner. ਪਰ ਬਾਈਬਲ ਇਦਾਂ ਨਹੀਂ ਕਹਿੰਦਾ ਹੈਗਾ। But Bible doesn't tell like this. ਬਾਈਬਲ ਨਹੀਂ ਇਦਾਂ ਕਹਿੰਦਾ ਪਾਪੀ ਅੱਗੇ ਆ, ਸੱਜੇ ਆ, ਖੱਬੇ ਆ, ਪਿੱਛੇ ਆ। Bible doesn't tell it he's on the front or back or right or left. ਬਾਈਬਲ ਇਹ ਕਹਿੰਦਾ Bible says, ਪਾਪੀ ਤੂੰ ਆ। Bible says you are a sinner. ਯਿਸੂ ਮਸੀਹ ਪਾਪੀਆਂ ਲਈ ਆਏ ਹਨ। Jesus Christ came for sinners. ਅਸੀਂ ਸਾਰੇ ਪਾਪੀ ਹਾਂ। We all are sinners. ਪਰ ਬਾਈਬਲ ਕੀ ਕਹਿੰਦਾ ਹੈ? What does Bible say? ਹੁਣ ਪਾਪੀ ਰਹਿਣਾ ਨਹੀਂ ਆ, We need not stay as ਪਾਪੀ ਸੀ, we were sinners. ਹੁਣ ਪਾਪੀ ਨਹੀਂ ਗਏ। Need not be sinner. ਬਹੁਤ ਸਾਰੇ ਲੋਕ ਇਹ ਸੋਚਦੇ ਆ Many people think ਵੀ ਯਿਸੂ ਮਸੀਹ ਪਾਪੀਆਂ ਲਈ ਆਏ ਆ Jesus came for sinners. ਤੇ ਪਾਪ ਕਰੀ ਜਾਓ ਤੇ ਮੌਜਾਂ ਕਰੋ, ਉਹ ਆਇਆ ਮੇਰੇ ਲਈ ਆ। Let us sin and let us enjoy. He came for me. ਉਹ ਕਹਿੰਦੇ ਜਿੰਨੇ ਮਰਜ਼ੀ ਪਾਪ ਕਰੋ ਕੋਈ ਫਰਕ ਨਹੀਂ ਪੈਂਦਾ। They say let us sin anymore and then we are nothing happens. ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ, But I want to tell you, ਹੁਣ ਫਰਕ ਪੈਂਦਾ ਹੈ। yeah, there is a change that takes ਜਦੋਂ place. ਤੁਸੀਂ ਕਿਹਾ ਪ੍ਰਭੂ ਯਿਸੂ ਮੈਂ ਪਾਪੀ ਹਾਂ, ਮੈਨੂੰ ਮਾਫ ਕਰ ਦਿਓ, The moment you confess, Jesus, I am a sinner, forgive me. ਅਤੇ ਉਸਨੇ ਕਿਹਾ ਠੀਕ ਹੈ ਮੈਂ ਤੇਰੇ ਪਾਪ ਮਾਫ ਕਰਦਾ ਹਾਂ, He said, okay, fine, I forgive your sins. ਪਰ ਅੱਗੇ ਤੋਂ ਪਾਪ ਨਹੀਂ ਕਰਨੇ। But in the next life, do not sin more. ਸੱਚ ਯਿਸੂ ਪਾਪੀਆਂ ਲਈ ਆਏ ਹਨ, Truly, Jesus Christ came for sinners. ਪਰ ਜਿਹੜਾ ਵੈਰੀ ਆ ਉਹ ਤੁਹਾਡੇ ਦਿਮਾਗ ਦੇ ਵਿੱਚ ਖਿਆਲ ਪਾਉਂਦਾ ਆ But the enemy puts a thought in your mind. ਬਈ ਕੋਈ ਨਹੀਂ ਕਰ ਲਾ ਪਾਪ, ਸਾਲ 'ਚ 2-4 ਕਰ ਲਿਆ ਕਰ, Oh, it's okay. Do 2 or 3 sins in an year. ਹਫ਼ਤੇ 'ਚ 1-2 ਕਰ ਲਿਆ ਕਰ। In a 1 week, you can do 1 or 2. ਪਰ ਬਾਈਬਲ ਕੀ ਕਹਿੰਦਾ ਹੈ? But what does the Bible say? ਬਾਈਬਲ ਇਹ ਕਹਿੰਦਾ ਹੈ Bible says, ਬਈ ਪਾਪ ਬੜੇ ਸਹਿਜ ਨਾਲ ਤੁਹਾਨੂੰ ਆਪਣੇ 'ਚ ਫਸਾ ਲੈਂਦਾ ਹੈ। the sin takes you and angers you in very easy way into itself. ਸਾਨੂੰ ਬੜਾ ਬਚ ਕੇ ਚੱਲਣਾ ਹੈ। We need to be very much. ਮੈਂ ਅੱਜ ਹੀ ਇਹ ਗੱਲ ਕਰ ਰਿਹਾ ਸੀ Today only I was just ਬਈ talking. ਸ਼ੈਤਾਨ ਬੜਾ ਅਮੀਰ ਇੱਕ ਨਾਮ ਹੈ, Oh, and the Satan name is a rich name. ਉਹ ਇੱਕ ਅਮੀਰ ਆਤਮਾ ਹੈ। And he is a rich spirit. ਸੋਨਾ, ਚਾਂਦੀ, ਹੀਰੇ, ਫਿਲਮਾਂ, 뮤직 ਉਹਦੇ ਕੋਲ ਸਭ ਆ। And he has all the diamonds and the gold and all the movies and everything he has got. ਗੱਡੀਆਂ, ਘੋੜੇ, ਜਹਾਜ਼, ਕੋਠੀਆਂ, ਬੰਗਲੇ, ਮਹਿਲ ਉਹਦੇ ਕੋਲ ਸਭ ਕੁਝ ਆ। And he has got palaces and he has horses and he has got cars and everything he has. ਇਹ ਆਦਮੀ ਇਹਨਾਂ ਚੀਜ਼ਾਂ ਦੇ ਵਿੱਚ ਜਾਣਾ ਚਾਹੁੰਦਾ ਹੈ And the man wants to go into these things. ਕਿਉਂਕਿ ਬਾਈਬਲ ਦੇ ਵਿੱਚ ਅਸੀਂ ਇਸ ਗੱਲ ਨੂੰ ਪਾਉਂਦੇ ਹਾਂ For we find it in the Bible. ਬਈ ਸ਼ੈਤਾਨ ਗਰੀਬ ਨਹੀਂ ਹੈਗਾ, The Satan is not a poor. ਉਹ ਇੱਕ ਅਮੀਰ ਆ। He is a rich one. ਮੇਰੀ ਗੱਲ ਧਿਆਨ ਨਾਲ ਸਮਝਿਓ, Listen to my word attentively. ਜੇ ਇਹ ਅੰਦਰ ਪੁੱਠੀ ਡਿੱਗੀ ਤੇ ਇਹਨੇ ਕੰਮ ਪੁੱਠਾ ਕਰ ਦੇਣਾ ਸ਼ੁਰੂ, If it falls upside down inside of you, just work like that. ਅਤੇ ਜੇ ਸਿੱਧੀ ਡਿੱਗੀ ਤੇ ਫਿਰ ਕੰਮ ਸਿੱਧਾ ਹੋਏਗਾ। And if it falls a straight way, then it works straight way. ਇਸ ਕਰਕੇ ਬੜੇ ਧਿਆਨ ਦੇ ਨਾਲ ਬੈਠ ਕੇ ਇਸ ਗੱਲ ਨੂੰ ਸੁਣਨਾ ਹੈ। So with an attention, sit down and listen to it. ਮੈਂ ਇਹ ਨਹੀਂ ਕਹਿ ਰਿਹਾ ਕਿ ਸਵਰਗੀ ਪਿਤਾ ਨੇ ਆਪਣੇ ਪੁੱਤਰ ਨੂੰ ਗਰੀਬ ਬਣਾ ਕੇ ਸਾਡੇ ਲਈ ਭੇਜਿਆ। I did not tell that Father God sent his son as a poor and sent him. ਮੈਂ ਇਹ ਨਹੀਂ ਕਹਿ ਰਿਹਾ ਕਿ ਯਿਸੂ ਮਸੀਹ ਦੇ ਨਾਂ ਦੇ ਵਿੱਚ ਕੋਈ ਚੀਜ਼ ਨਹੀਂ ਮਿਲਦੀ। I did not say that you do not get anything in the name of Jesus Christ. ਪਰ ਜਿਹੜਾ ਯਿਸੂ ਮਸੀਹ ਦੇ ਵੱਲ ਜਾਂਦਾ ਹੈ ਉਸ ਨੂੰ ਸ਼ੁੱਧਤਾ ਦੇ ਵਿੱਚੋਂ ਦੀ ਲੰਘ ਕੇ ਚੀਜ਼ਾਂ ਮਿਲਦੀਆਂ ਹਨ। But the one who has to go through Jesus has to go to the purity and the holiness and then he'll get things. ਪਰ ਜੇ ਤੁਸੀਂ ਸ਼ੈਤਾਨ ਦੇ ਵੱਲੋਂ ਲੈਣੀਆਂ ਨੇ But if you want to get it from the Satan, ਉਸ ਤੇ ਕੋਈ ਸ਼ੁੱਧਤਾ ਦੀ ਜ਼ਰੂਰਤ ਨਹੀਂ ਹੈ। for that holiness is not required. ਫਿਰ ਤੁਸੀਂ ਜਿੱਦਾਂ ਦੇ ਵੀ ਹੈਗੇ ਆ ਉਦਾਂ ਨਹੀਂ ਲੈ ਸਕਦੇ ਆ। Then you are as you are, you can take it. ਮੈਨੂੰ ਉਸ ਗੱਲ ਦਾ ਯਾਦ ਆ ਰਿਹਾ ਹੈ And I remember that thing. ਜਦੋਂ ਯਿਸੂ ਮਸੀਹ ਵਰਤ ਪ੍ਰਾਰਥਨਾ ਦੇ ਵਿੱਚ ਸਨ As Jesus Christ was in a prayer and fasting. ਅਤੇ ਜਦੋਂ ਪਵਿੱਤਰ ਆਤਮਾ ਉਹਨਾਂ ਦੀ ਅਗਵਾਈ ਕਰ ਰਿਹਾ ਸੀ, And the Holy Spirit was guiding him. ਉੱਥੇ ਕੀ ਹੋਇਆ? What did happen over there? ਅਤੇ ਉੱਥੇ ਸ਼ੈਤਾਨ ਯਿਸੂ ਮਸੀਹ ਦੇ ਕੋਲ ਆਇਆ। And the Satan came to Jesus over there ਉਸਨੇ ਕਿਹਾ ਓ ਹੈਲੋ, and told him, hello. ਭੁੱਖੇ ਰਹਿਣ ਦਾ ਕੋਈ ਫਾਇਦਾ ਨਹੀਂ ਆ, Oh, need not go hungry. ਪ੍ਰਾਰਥਨਾ ਕਰਨ ਦਾ ਕੋਈ ਫਾਇਦਾ ਨਹੀਂ ਆ, There is nothing to you should pray for. ਆਓ ਮੇਰੇ ਨਾਲ ਦੋਸਤੀ ਕਰੋ, ਮੇਰੇ ਨਾਲ ਹੱਥ ਮਿਲਾਓ। Come, let us be friends and shake hands.
ਅਤੇ ਉਸਨੇ ਯਿਸੂ ਮਸੀਹ ਨੂੰ ਸਾਰੀਆਂ ਚੀਜ਼ਾਂ ਦਿਖਾਈਆਂ। And he showed all the things to Jesus Christ. ਉਸਨੇ ਕਿਹਾ ਦੇਖ ਸਾਰੀ ਦੁਨੀਆ ਦੇ ਜਲੌ ਮੈਂ ਤੈਨੂੰ ਵਿਖਾ ਰਿਹਾ ਹਾਂ। He said, all the riches of the world I show to you. ਉਸਨੇ ਕਿਹਾ ਇਹ ਸਾਰਾ ਕੁਝ ਮੇਰੇ ਕੋਲ ਹੈ। He said that it all belongs to me. ਹੈਲੋ, Hello. ਮੇਰੇ ਨਾਲ ਹੱਥ ਮਿਲਾਓ। Shake hand with me. ਅਤੇ ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਸ਼ੈਤਾਨ ਆਫਰ ਦੇ ਰਿਹਾ ਹੈ। And many people, the Satan is offering them. ਉਹ ਕਹਿੰਦਾ ਹੈਲੋ, ਮੇਰੇ ਨਾਲ ਹੱਥ ਮਿਲਾਓ। He said, hello, shake hand with me. ਅਤੇ ਉਹ ਕਿਸ ਤਰ੍ਹਾਂ ਹੱਥ ਮਿਲਾਉਂਦਾ ਹੈ? How does he shake hand? ਅਤੇ ਕਈ ਵਾਰੀ ਤੁਸੀਂ ਕਿਸੇ ਕੰਪਨੀ ਦੇ ਵਿੱਚ ਮੈਨੇਜਰ ਲੱਗੇ ਹਾਂ Sometimes you are as a manager in a company, ਅਤੇ ਇੱਕ ਵਿਅਕਤੀ ਤੁਹਾਡੇ ਕੋਲ ਆਉਂਦਾ ਹੈ। and a person comes to you. ਉਹ ਕਹਿੰਦਾ ਸਰ 10 ਮਿੰਟ ਗੇਟ ਮੇਰੇ ਵਾਸਤੇ ਖੁੱਲਾ ਰਹਿਣ ਦਿਓ। He said that sir, just open the gate for 10 minutes for me. ਉਸਨੇ ਪੁੱਛਿਆ ਵੀ ਤੂੰ 10 ਮਿੰਟ ਗੇਟ ਖੋਲ ਕੇ ਕੀ ਕਰਾਉਣਾ ਚਾਹੁੰਦਾ ਹੈ? And the manager asked what you want to be done. ਉਸਨੇ ਕਿਹਾ ਤੁਸੀਂ ਇਹ ਗੱਲਾਂ ਵਿੱਚੋਂ ਕੀ ਲੈਣਾ? He said that what you have to do with that. ਤੁਹਾਨੂੰ ਮਹੀਨੇ ਦਾ ਲੱਖ ਰੁਪਇਆ ਮਿਲ ਜਾ ਕਰੇਗਾ ਚੁੱਪ ਕਰਕੇ। You will be getting 1 lakh of rupees ਬਸ per month. ਤੁਸੀਂ 10 ਮਿੰਟ ਐਕਸਟਰਾ ਗੇਟ ਖੋਲਣਾ ਹੈ। Only 10 minutes of time, open the gate for me. ਜੇ ਉਹ ਕਵੇ ਯੈਸ, If says yes, ਇਹਦਾ ਮਤਲਬ ਕੋਈ ਆਇਆ ਸੀ, ਉਹਨੇ ਕਿਹਾ ਹੈਲੋ ਮੇਰੇ ਨਾਲ ਹੱਥ ਮਿਲਾਓ। that means someone came and he said, oh hello, shake hand with me. ਅਤੇ ਜੇਕਰ ਉਸਨੇ ਹੱਥ ਮਿਲਾ ਲਿਆ ਤੇ ਇਹਦਾ ਮਤਲਬ ਕੀ ਹੈ? And he has shook hands. What does that mean? ਅਤੇ ਉਹ ਸ਼ੁੱਧਤਾ ਤੋਂ ਬਾਹਰ ਹੋ ਗਿਆ ਹੈ। He has come out of the holiness. ਅਤੇ ਜੇ ਉਹ ਇਹ ਗੱਲ ਕਹੇ And if he says, ਨਹੀਂ ਮੈਂ ਇਹ ਨਹੀਂ ਕਰ ਸਕਦਾ, no, I won't do that. ਇਹਦਾ ਮਤਲਬ ਕੀ ਹੈ? What does that mean? ਬਾਈਬਲ ਦੇ ਵਿੱਚ ਸਾਫ਼ ਪਿਕਚਰ ਹੈ। It is a clear picture in the Bible. ਅਤੇ ਸ਼ੈਤਾਨ ਯਿਸੂ ਮਸੀਹ ਦੇ ਕੋਲ ਆਇਆ। And the Satan came to Jesus Christ. ਅਤੇ ਜੇ ਉਹ ਯਿਸੂ ਮਸੀਹ ਦੇ ਕੋਲ ਆ ਸਕਦੇ ਆ, And if we can come to Jesus Christ, ਜਿਨ੍ਹਾਂ ਨੇ ਵਰਤ ਰੱਖਿਆ, ਪ੍ਰਾਰਥਨਾ ਕੀਤੀ ਅਤੇ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚੋਂ ਦੀ ਜਾ ਰਹੇ ਹਨ, who prayed and who fasted and he just was led by the Holy Spirit, ਕੀ ਤੁਹਾਡਾ ਰੁਤਬਾ ਯਿਸੂ ਮਸੀਹ ਤੋਂ ਵੱਡਾ ਹੈ? is your name more than Jesus Christ? ਕਿ ਸ਼ੈਤਾਨ ਤੁਹਾਡੇ ਕੋਲ ਨਹੀਂ ਆ ਸਕਦਾ? Cannot Satan come to you? ਪਰ ਜੇ ਤੁਸੀਂ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਆ ਤਾਂ ਵੀ ਸ਼ੈਤਾਨ ਤੁਹਾਡੇ ਕੋਲ ਆ ਸਕਦਾ ਹੈ। If you are led by the Holy Spirit, still the Satan can come ਇਹ to you. ਬਾਈਬਲ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ। This is how it is written in the Bible. ਅਤੇ ਜੇ ਅਸੀਂ ਬਾਈਬਲ ਨੂੰ ਧਿਆਨ ਨਾਲ ਪੜ੍ਹਦੇ ਹਾਂ, And if we read the Bible with attention, ਯਿਸੂ ਮਸੀਹ ਨੇ ਉਸ ਨੂੰ ਇਹ ਨਹੀਂ ਕਿਹਾ ਕਿ ਮੈਂ ਵਿਚਾਰ ਕਰਾਂਗਾ। and Jesus did not tell him that I will ponder upon that thing. ਜੀਸਸ ਨੇ ਨਹੀਂ ਕਿਹਾ ਠੀਕ ਹੈ ਥੋੜਾ ਮੈਨੂੰ ਟਾਈਮ ਦੇ। Jesus didn't say, just give me a time. ਜੀਸਸ ਨੇ ਨਹੀਂ ਕਿਹਾ ਮੇਰਾ ਥੋੜਾ ਇੰਤਜ਼ਾਰ ਕਰ। And Jesus did not say, wait for me. ਬਹੁਤ ਸਾਰੇ ਲੋਕ ਆ ਜਿਹੜੇ ਆਪਣਾ ਫੈਸਲਾ ਨਹੀਂ ਕਰ ਪਾਉਂਦੇ Many people are not able to do the decision. ਅਤੇ ਉਹ ਕੀ ਕਰਦੇ ਹਨ? What they do? ਉਹ ਕਹਿੰਦੇ ਆ ਕੋਈ ਨਹੀਂ ਮੈਨੂੰ ਥੋੜਾ ਵਕਤ ਦਿਓ। They say, okay, give me some time. ਅਤੇ ਜਦੋਂ ਅਸੀਂ ਇਹ ਕਹਿੰਦੇ ਆ, And when we tell this, ਇਹਦਾ ਮਤਲਬ ਹੈ ਅਸੀਂ ਉਸ ਨੂੰ ਜਗ੍ਹਾ ਦੇ ਰਹੇ ਹਾਂ that means we are giving that thing, a certain thing, a place. ਅਤੇ ਉਹ ਤੁਹਾਡੇ ਮਗਰ ਲੱਗਾ ਰਹਿੰਦਾ ਹੈ, And he keeps following you. ਤੁਹਾਡੇ ਮਗਰ ਲੱਗਾ ਰਹਿੰਦਾ ਹੈ And he keeps following you. ਅਤੇ ਇੱਕ ਨਾ ਇੱਕ ਦਿਨ ਉਹ ਤੁਹਾਨੂੰ ਮਨਾ ਲੈਂਦਾ ਹੈ। And a day or other he makes you. ਮੈਂ ਬਹੁਤ ਸਾਰੇ ਵਿਸ਼ਵਾਸੀਆਂ ਨੂੰ ਜਾਣਦਾ ਹਾਂ And I know many believers. ਅਤੇ ਵੈਰੀ ਉਹਨਾਂ ਦੇ ਮਗਰ ਲੱਗਾ ਰਹਿੰਦਾ ਹੈ The enemy always after them. ਅਤੇ ਕਈਆਂ ਨੂੰ ਉਸਨੇ ਆਪਣੇ ਨਾਲ ਸੱਚੀ ਹੱਥ ਮਿਲਾ ਲਿਆ ਹੈ। And some he has already made them shook his hand. ਅਤੇ ਅੱਜ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ And ਹਾਂ I want to tell you today, ਤੁਸੀਂ ਬੜੇ ਧਿਆਨ ਦੇ ਨਾਲ ਰਹਿਣਾ ਹੈ you need to stay in attention. ਅਤੇ ਉਹ ਤੁਹਾਨੂੰ ਆਫਰ ਦੇਗਾ, He will be offering you something. ਬੜੇ ਵਧੀਆ ਤਰੀਕੇ ਨਾਲ ਤੁਹਾਨੂੰ ਪ੍ਰਪੋਜ਼ ਕਰੇਗਾ। He will propose you in a great way. ਹੋ ਸਕਦਾ ਕਿਸੇ ਆਦਮੀ ਦੇ ਰਾਹੀਂ, Oh, might be through a man, ਹੋ ਸਕਦਾ ਕਿਸੇ ਔਰਤ ਦੇ ਰਾਹੀਂ, through a woman, ਹੋ ਸਕਦਾ ਪੈਸੇ ਦੇ ਰਾਹੀਂ, or through money, ਹੋ ਸਕਦਾ ਚੋਰੀ ਦੇ ਰਾਹੀਂ, or through the theft, ਲਾਲਚ ਦੇ ਰਾਹੀਂ, through greed. ਅਤੇ ਉਹ ਜ਼ਰੂਰ ਆਉਂਦਾ ਹੈ He will surely ਅਤੇ come. ਤੁਹਾਨੂੰ ਆਫਰ ਦਿੰਦਾ ਹੈ। And he gives you an offer. ਅਤੇ ਜੇ ਤੁਸੀਂ ਅੜੇ ਤੇ ਖੜੇ ਰਹਿੰਦੇ ਆ, And if we are firm ਜੇ and ਤੁਸੀਂ ਇਹ stand, ਕਹਿੰਦੇ ਆ and if you say, ਯਿਸੂ ਮਸੀਹ ਦੇ ਨਾਮ ਵਿੱਚ in the name of Jesus ਮੈਂ Christ, ਤੈਨੂੰ ਹੁਕਮ ਦਿੰਦਾ I command you, ਮੇਰੀ ਜ਼ਿੰਦਗੀ ਚੋਂ ਬਾਹਰ ਹੋ ਜਾ, go out of my life, ਮੇਰੀਆਂ ਸੋਚਾਂ ਚੋਂ ਬਾਹਰ ਹੋ ਜਾ। go out of my thoughts. ਤੁਹਾਨੂੰ ਪਤਾ ਕੀ ਹੁੰਦਾ ਹੈ? Do you know what happens? ਉਹ ਆਪਣੇ ਪਲਾਨ ਸਮੇਤ, ਆਪਣੀਆਂ ਯੋਜਨਾਵਾਂ ਦੇ ਸਮੇਤ ਭੱਜ ਜਾਂਦਾ ਹੈ। He runs along with his plans and with the will that he has for you. ਅਤੇ ਕਈ ਵਾਰੀ ਅਸੀਂ ਇਦਾਂ ਦੇ ਕੇਸ ਨੂੰ ਪੈਂਡਿੰਗ ਰੱਖ ਲੈਂਦੇ ਹਾਂ And sometimes we keep these cases of such sort pending. ਅਤੇ ਜਦੋਂ ਹੀ ਤੁਹਾਡੇ ਦਿਮਾਗ 'ਚ ਚੀਜ਼ਾਂ ਆਉਂਦੀਆਂ ਨੇ And the moment it comes into your mind, ਤੁਸੀਂ ਉਹਨਾਂ ਨੂੰ ਕੁਝ ਨਹੀਂ ਕਹਿੰਦੇ। you do not tell them anything. ਇਹਦਾ ਮਤਲਬ ਤੁਸੀਂ ਉਹਦੇ ਵਿੱਚੋਂ ਕਿਤੇ ਨਾ ਕਿਤੇ ਮਜ਼ਾ ਲੈ ਰਹੇ ਹੋ। That means you are taking
you are being joyful and taking ਕਿਤੇ ਨਾ practice. ਕਿਤੇ ਤੁਸੀਂ ਉਹ 'ਚ ਆਨੰਦ ਲੈ ਰਹੇ ਹੋ, You are getting a joy from all that. ਤੁਸੀਂ ਉਸ ਨੂੰ ਕੈਨਸਲ ਨਹੀਂ ਕਰਦੇ। You are not canceling that. ਅਤੇ ਅੱਜ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦਾ I ਹਾਂ, want to tell you today, ਜਿਸ ਵੇਲੇ ਤੁਸੀਂ ਉਹਨੂੰ ਕੈਨਸਲ ਕਰੋਗੇ, the moment you cancel it, ਉਸ ਨੂੰ ਪਤਾ ਕਿ ਮੈਂ ਜਦੋਂ ਲਿਜਾ ਕੇ ਆਪਣੀ ਚੀਜ਼ ਰੱਖੀ, he knows the moment I go and keep this thing in him, ਭਾਵੇਂ ਉਹ ਕੋਈ ਸਕੀਮ ਹੋਵੇ, it might be a scheme, ਭਾਵੇਂ ਕੋਈ ਪੈਸਾ ਹੋਵੇ, it might be some money, ਕੁਝ ਵੀ ਹੋਵੇ, it can be anything, ਭਾਵੇਂ ਗੁਲਦਸਤਾ ਹੋਵੇ, or it might be a bouquet. ਉਸ ਨੂੰ ਪਤਾ ਹੈ ਯਿਸੂ ਮਸੀਹ ਦਾ ਬੰਦਾ ਹੈ, He knows he is the man of Jesus. ਅਤੇ ਮੈਂ ਜਿਹੜੀ ਵੀ ਚੀਜ਼ ਲਿਜਾ ਕੇ ਪੇਸ਼ ਕਰਾਂਗਾ, Whatsoever I present him, ਇਹ ਬੰਦਾ ਕਿੱਕ ਮਾਰੇਗਾ, he will kick it. ਅਤੇ 2 ਜਾਂ 3 ਵਾਰ ਹੋਏਗਾ। And 2 or thrice it will happen. ਉਸ ਤੋਂ ਬਾਅਦ ਉਹ ਤੁਹਾਨੂੰ ਆ ਕੇ ਆਫਰ ਨਹੀਂ ਦੇਗਾ, Then thereafter he will come and give you an offer. ਅਤੇ ਉਹ ਤੁਹਾਨੂੰ ਕਦੇ ਨਹੀਂ ਕਹੇਗਾ ਹੈਲੋ। And he never say hello. ਅਤੇ ਕਈ ਵਾਰੀ ਅਸੀਂ ਬਹੁਤ ਜਲਦੀ ਉਹਨਾਂ ਹੱਥ ਮਿਲਾਉਣੇ ਹੈਲੋ, And sometimes we just shake hands. ਤੁਹਾਨੂੰ ਲੱਗਦਾ ਪਰਮੇਸ਼ਰ ਨੇ ਰਸਤਾ ਖੋਲ ਦਿੱਤਾ ਹੈ, And you think God has opened the ਉਹ way. ਬਰਕਤ ਆ ਰਹੀ ਹੈ, Oh, blessing is ਉਹ coming. ਪੈਸਾ ਆ ਰਿਹਾ ਹੈ, Oh, money is coming. ਉਹ ਸ਼ਾਨ ਹੋ ਰਹੀ ਹੈ। Oh, I'm being honored. ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ, But I want to tell you, ਪਛਾਣਨਾ ਪਏਗਾ you need to ਵੀ find ਕਿੱਥੋਂ ਆ ਰਿਹਾ ਹੈ। from where is the source. ਜੇ ਅਸ਼ੁੱਧਤਾ ਤੋਂ ਬਾਹਰ ਹੈ If it is out of the purity, ਅਤੇ ਇਹਦਾ ਮਤਲਬ ਉਹ ਸ਼ੈਤਾਨ ਦੇ ਵੱਲੋਂ ਹੈ, it means it's from the Satan. ਅਤੇ ਜੇ ਸ਼ੁੱਧਤਾ ਦੇ ਵਿੱਚ ਹੈ, And if it is in the purity, ਅਤੇ ਜੇ ਸ਼ੁੱਧਤਾ ਦੇ ਵਿੱਚ ਹੈ, and if it is in the purity, ਅਤੇ ਇਹਦਾ ਮਤਲਬ ਉਹ ਪਰਮੇਸ਼ਰ ਦੇ ਵੱਲੋਂ ਹੈ, it means it's from God. ਅਤੇ ਜੇ ਅਸ਼ੁੱਧਤਾ ਚ ਆ ਰਿਹਾ ਹੈ, If it is from impurity, ਇਹਦਾ ਮਤਲਬ ਉਹ ਪਰਮੇਸ਼ਰ ਦੇ ਵੱਲੋਂ ਨਹੀਂਗਾ, that means it's not from God. ਅਤੇ ਇਹ ਬਿਲਕੁਲ ਸਾਫ਼ ਹੈ। And it is really clear. ਅਤੇ ਜੇ ਤੁਸੀਂ ਅੜੇ ਰਹੋਗੇ, If you are firm, ਖੜੇ ਰਹੋਗੇ, you are standing ਅਤੇ ਪਰਮੇਸ਼ਰ ਨਾਲ ਜੁੜੇ ਰਹੋਗੇ, and having a relationship with ਉਹੀ God. ਪਵਿੱਤਰ ਆਤਮਾ ਜਿਹੜਾ ਉਜਾੜ ਵਿੱਚ ਯਿਸੂ ਮਸੀਹ ਦੀ ਅਗਵਾਈ ਕਰਦਾ ਸੀ, Same Holy Spirit who just guided Jesus into the wilderness. ਅਤੇ ਉਹੀ ਪਵਿੱਤਰ ਆਤਮਾ ਤੁਹਾਡੀ ਅਗਵਾਈ ਕਰੇਗਾ, The same Holy Spirit will guide you. ਤੁਹਾਨੂੰ ਨਜ਼ਾਤ ਦੇਗਾ। He will give you salvation. ਅਤੇ ਮੈਨੂੰ ਫਿਰ ਗੱਲ ਯਾਦ ਆ ਰਹੀ ਹੈ, I remember again. ਜਦੋਂ ਔਰਤ ਆਈ The woman when she ਅਤੇ came, ਯਿਸੂ ਮਸੀਹ ਪ੍ਰਚਾਰ ਕਰ ਰਹੇ ਸਨ, Jesus Christ was ਅਤੇ preaching. ਯਿਸੂ ਮਸੀਹ ਦੀਆਂ ਨਜ਼ਰਾਂ ਉਸ ਔਰਤ ਤੇ ਗਈਆਂ, And Jesus' sight caught into that woman. ਅਤੇ ਯਿਸੂ ਮਸੀਹ ਉਸ ਔਰਤ ਦੇ ਵੱਲ ਵਧੇ, And Jesus went towards that woman. ਅਤੇ ਜੀਸਸ ਨੇ ਉਸ ਦੇ ਬੈਕ ਤੇ ਹੱਥ ਰੱਖਿਆ, And Jesus Christ just kept his hand on her back. ਤੇ ਬਾਈਬਲ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, So it is written in the Bible. ਜੀਸਸ ਨੇ ਕਿਹਾ, And Jesus told, ਹੇ ਤ੍ਰੀਮਤ, oh, the affirm one, ਮੈਂ ਚਾਹੁੰਦਾ ਹਾਂ ਕਿ ਤੂੰ ਸਿੱਧੀ ਹੋ ਜਾ। I want that you be straightened. ਯਿਸੂ ਮਸੀਹ ਨੇ ਕਿਹਾ, Jesus said. ਅਤੇ ਉਸੇ ਵੇਲੇ ਸਾਰੇ ਲੋਕਾਂ ਦੇ ਵਿੱਚ ਅੱਖਾਂ ਦੇ ਸਾਹਮਣੇ ਉਹ ਔਰਤ ਸਿੱਧੀ ਖੜੀ ਹੋ ਗਈ। And in the midst of all the congregation, that women got straightened. ਕਿਉਂ ਯਿਸੂ ਮਸੀਹ ਦਾ ਪ੍ਰਚਾਰ ਹੋ ਰਿਹਾ ਹੈ ਅੱਜ? Why the preaching of Jesus is taking place? ਕਿਦਾਂ ਯਿਸੂ ਦਾ ਪ੍ਰਚਾਰ ਹੋ ਰਿਹਾ ਹੈ? And how it is being preached? ਕਿਉਂ ਪਾਸਟਰ ਦਿਓਲ ਅੱਜ ਉਸ ਦਾ ਪ੍ਰਚਾਰ ਕਰਦਾ ਹੈ? Why Pastor Theol is preaching Jesus? ਕਿਉਂਕਿ ਉਸ ਦੇ ਸ਼ਬਦਾਂ ਦੇ ਵਿੱਚ ਤਾਕਤ ਹੈ, For his word has the power, ਉਸ ਦੇ ਵਚਨ ਵਿੱਚ ਸਾਮਰਥ ਹੈ, and his word has the strength, ਅਤੇ ਅੱਜ ਉਸ ਦਾ ਵਚਨ ਤੁਹਾਡੀਆਂ ਜ਼ਿੰਦਗੀਆਂ ਨੂੰ ਬਦਲ ਰਿਹਾ ਹੈ, and his word is changing your lives, ਅਤੇ ਤੁਸੀਂ ਹੋਰ ਸ਼ੁੱਧ ਹੋ ਰਹੇ ਹੋ। and you are getting more and more pure. ਅਤੇ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਂਦਾ ਹਾਂ, And I make you believe, ਅਤੇ ਅੱਜ ਜਿੰਨੇ ਵੀ ਆਪਣੇ ਦੁੱਖਾਂ ਨਾਲ ਕੁੱਬੇ ਹੋਏ ਹਨ, all those who are bent upon because of their sorrows, ਅਤੇ ਅੱਜ ਜਿੰਨੇ ਵੀ ਆਪਣੀਆਂ ਮੁਸੀਬਤਾਂ ਦੇ ਨਾਲ ਕੁੱਬੇ ਹੋਏ ਹਨ, and all those who have been bent upon because of their problems, ਜਿੰਨੇ ਵੀ ਲੜਾਈਆਂ ਨਾਲ ਕੁੱਬੇ ਹੋਏ ਹਨ, all the quarrels they are bent upon, ਨਸ਼ਿਆਂ ਨਾਲ ਕੁੱਬੇ ਹੋਏ ਹਨ, and because of addiction they are bent upon, ਅਤੇ ਕਰਜ਼ਿਆਂ ਦੇ ਨਾਲ ਕੁੱਬੇ ਹੋਏ ਹਨ, and all because of the debts they are bent upon, ਬੇਰੁਜ਼ਗਾਰੀ ਨਾਲ ਕੁੱਬੇ ਹੋਏ ਹਨ, and because of all that they ਲੜਾਈਆਂ have worked, ਝਗੜਿਆਂ ਨਾਲ ਕੁੱਬੇ ਹੋਏ and ਹਨ, all the fights and quarrels they are bent ਅਤੇ ਅੱਜ upon. ਸਾਰਿਆਂ ਨੂੰ ਮੈਂ ਯਿਸੂ ਮਸੀਹ ਦੇ ਨਾਮ 'ਚ ਕਹਿੰਦਾ ਹਾਂ, And to all I tell in the name of Jesus, ਸਾਰੇ ਕੁੱਬੇ ਅੱਜ ਯਿਸੂ ਦੇ ਨਾਮ 'ਚ ਸਿੱਧੇ ਹੋ ਕੇ ਜਾਣ, all hunchback be straightened in the name of Jesus and go, ਅਤੇ ਸਾਰੀਆਂ ਬਿਮਾਰੀਆਂ ਤੁਹਾਨੂੰ ਛੱਡ ਜਾਣ, and may all the sicknesses leave you, ਅਤੇ ਗੰਦੀਆਂ ਚੀਜ਼ਾਂ ਤੁਹਾਨੂੰ ਛੱਡ ਕੇ ਚਲੀਆਂ and ਜਾਣ, all the dirty things leave you, ਗੰਦੇ ਥਾਟ ਤੁਹਾਨੂੰ ਛੱਡ ਕੇ ਚਲੇ ਜਾਣ, and the bad thoughts leave you, ਅਤੇ ਪਰਮੇਸ਼ਰ ਆਪਣੇ ਅਨੁਗ੍ਰਹਿ ਨਾਲ ਤੁਹਾਨੂੰ ਭਰ ਦੇਣ। and may God fill you with his grace. ਜਦੋਂ ਅਸੀਂ ਉਜਾੜ ਦੇ ਵਿੱਚ ਹੁੰਦੇ ਹਾਂ, When we are in the wilderness, ਇੱਕ ਗੱਲ ਦਾ ਚੇਤਾ ਰੱਖੋ, remember one thing. ਜਦੋਂ ਅਸੀਂ ਦੁੱਖਾਂ 'ਚ ਹੁੰਦੇ ਹਾਂ, When we are in a sorrow, ਇੱਕ ਗੱਲ ਦਾ ਚੇਤਾ ਰੱਖੋ, remember one thing. ਜਦੋਂ ਅਸੀਂ ਮੁਸੀਬਤਾਂ 'ਚ ਹੁੰਦੇ ਹਾਂ, When we are in a ਇੱਕ problem, ਗੱਲ ਦਾ ਚੇਤਾ ਰੱਖੋ remember one thing. ਕਿ ਇੱਕ ਹੈਗਾ ਆ Well, there is one ਸਾਡਾ ਸਹਾਇਕ who is a helper, ਪਵਿੱਤਰ ਆਤਮਾ, Holy Spirit, ਜਿਹੜਾ ਸਭ ਕੁਝ ਵਾਚ ਕਰ ਰਿਹਾ ਹੈ, who is watching
watching all things, ਜਿਹੜਾ ਸਭ ਕੁਝ ਦੇਖ ਰਿਹਾ ਹੈ, and who can look all things. ਐਨ ਮੌਕੇ ਤੇ ਆ ਕੇ ਉਸਨੇ ਤੁਹਾਡੇ ਵਾਸਤੇ ਡੋਰ ਖੋਲਣੀ ਆ। At the right time, he will come and open the door for you. ਤੁਸੀਂ ਅੱਜ ਫਾਈਟ ਕਰੋ You fight today ਸ਼ੈਤਾਨ ਦੇ ਨਾਲ, with ਉਹਦਾ ਮੂੰਹ ਬੰਦ ਦਿਓ, and just break his face ਪਰਮੇਸ਼ਰ ਦੇ ਬਚਨਾਂ ਨੂੰ ਆਪਣੇ ਦਿਲ 'ਚ ਰੱਖੋ, and keep the word of God in your heart. ਅਤੇ ਜਿਸ ਵੇਲੇ ਤੁਸੀਂ ਖੜੇ ਰਹੋਗੇ And when the moment you stand, ਅਤੇ ਪਰਮੇਸ਼ਰ ਦੇ ਅਨੁਗ੍ਰਹ ਨੂੰ ਤੁਸੀਂ ਆਪਣੇ ਜੀਵਨ 'ਚ ਦੇਖੋਗੇ। you will see the grace of God in your life. ਅਤੇ ਅੱਜ ਜਿੰਨੇ ਵੀ ਇੱਥੇ ਆਏ ਹਨ, All who have come over here, ਮੈਂ ਅੱਜ ਤੁਹਾਡੇ ਜੀਵਨ ਦੀ ਘੋਸ਼ਣਾ ਕਰਦਾ ਹਾਂ, and I announce about your life, ਅਤੇ ਅੱਜ ਮੈਂ ਘੋਸ਼ਣਾ ਕਰਦਾ and ਹਾਂ I announce ਕਿ ਯਿਸੂ ਮਸੀਹ ਦੇ ਨਾਮ ਦੇ ਵਿੱਚ that in the name of Jesus ਤੁਸੀਂ Christ, ਆਪਣੀਆਂ ਸਾਰੀਆਂ ਲੜਾਈਆਂ ਨੂੰ ਜਿੱਤ ਲਓਗੇ, you will be able to win all your wars, ਅਤੇ ਸ਼ੈਤਾਨ ਨੂੰ ਤੁਸੀਂ ਭੱਜਦਾ ਹੋਇਆ and ਵੇਖੋਗੇ। you will see the Satan running. ਤੁਸੀਂ ਜਿੱਤੇ ਹੋਏ ਹੋ, You have already won. ਪਰਮੇਸ਼ਰ ਨੇ ਤੁਹਾਨੂੰ ਚੁਣਿਆ ਹੈ, God has chosen you. ਇਸ ਲਈ ਉਸ ਲਈ ਖੜੇ ਹੋ ਜਾਓ, So stand for him ਉਸ ਦੇ ਕੰਮਾਂ ਵਿੱਚ ਹੱਥ ਪਾਓ। and put your hand in his works. ਜਦ ਤੁਸੀਂ ਉਸ ਦੇ ਕੰਮਾਂ ਵਿੱਚ ਹੱਥ ਪਾਓਗੇ And you will put your hand in his work. ਅਤੇ ਉਹ ਤੁਹਾਡੇ ਕੰਮਾਂ ਵਿੱਚ ਹੱਥ ਪਾਊਗਾ, Then he will put his hand in your works. ਅਤੇ ਮੈਂ ਪਰਖੀਆਂ ਹੋਈਆਂ ਚੀਜ਼ਾਂ ਹਨ, And these all have been seen. ਅਤੇ ਜਦੋਂ ਵੀ ਮੈਂ ਉਹਦੇ ਕੰਮਾਂ 'ਚ ਹੱਥ ਪਾਉਂਦਾ ਹਾਂ, And whenever I put anything in ਉਹ ਮੇਰੇ ਕੰਮਾਂ ਵਿੱਚ ਹੱਥ ਪਾਉਂਦਾ ਹੈ। he puts his hand in my word. ਇੱਕ ਆਖਰੀ ਟੈਸਟਮਨੀ ਦੇ ਕੇ ਮੈਂ ਬੰਦ ਕਰਾਂਗਾ। The last testimony, and I'll just stop then. ਕਈ ਵਾਰੀ ਅਸੀਂ ਸੋਚਦੇ ਹਾਂ ਕਿ ਕੰਮ ਕਰਨੇ ਤੇ ਕੰਮ ਕਰਾਉਣੇ ਬਹੁਤ ਔਖੇ ਆ। Sometimes we think that to get the work done and to do the work is very much hard. ਸਾਨੂੰ ਪਤਾ ਸਾਡੇ ਪੰਜਾਬ ਦਾ ਸਿਸਟਮ ਕਿਸ ਤਰ੍ਹਾਂ ਦਾ ਹੈ। And we know what sort of a system we have in our Punjab state. ਇੱਕ ਵਾਰ ਮੈਂ ਆਪਣੀ ਕੋਈ ਜ਼ਮੀਨ ਦਾ ਕਾਗਜ਼ ਸਹੀ ਕਰਾਉਣੇ ਸੀ, And I want to mend my paper of my land. ਅਤੇ ਮੈਂ ਇੱਕ ਦੋ ਵਾਰ ਆਪਣੇ ਆਦਮੀ ਨੂੰ ਭੇਜਿਆ, ਮੈਂ ਕਿਹਾ ਜਾ ਉੱਥੇ ਪਤਾ ਕਰਕੇ ਆ ਆਪਾਂ ਨੂੰ ਕੀ ਕੀ ਚਾਹੀਦਾ ਹੈ। And once and twice I sent a man to let know that what we need to do. ਉਹ ਦੋ ਤਿੰਨ ਵਾਰੀ ਗਿਆ Twice he went ਤੇ ਉਹਨੇ ਤਿੰਨ ਚਾਰ ਚੀਜ਼ਾਂ ਮੈਨੂੰ ਦੱਸੀਆਂ, and he told me 3 or 4 things. ਉਹ ਸਾਰੀਆਂ ਅਸੀਂ ਕੰਪਲੀਟ ਵੀ ਕਰ ਲਈਆਂ, And we got it completed all things. ਫਾਈਲ ਤਿਆਰ ਵੀ ਹੋ ਗਈ, When we prepared the file. ਅਤੇ ਜਿਹੜਾ ਉਸ ਦਾ ਅਗਲਾ ਕਦਮ ਸੀਗਾ ਉਹ ਨਹੀਂ ਹੋ ਰਿਹਾ ਸੀ। But the next step was not happening. ਅਤੇ ਜਦੋਂ ਉੱਥੇ ਆਫੀਸਰ ਬਹਿੰਦਾ ਸੀ, ਮੇਰੀ ਕਿਤੇ ਮੀਟਿੰਗ ਹੁੰਦੀ ਸੀ, And the moment the officer used to sit over there, I used to go into a meeting. ਤੇ ਜਦੋਂ ਮੈਂ ਫ੍ਰੀ ਹੁੰਦਾ ਸੀ ਉਦੋਂ ਉੱਥੇ ਆਫੀਸਰ ਨਹੀਂ ਹੁੰਦਾ ਸੀ। When I was free, that officer was not. ਐਦਾਂ ਲੰਘ ਗਏ 1.5 ਸਾਲ। And 1.5 years passed by like this. ਇੱਕ ਦਿਨ ਮੈਂ ਪ੍ਰਾਰਥਨਾ ਕੀਤੀ, Once I was just prayed. ਮੈਂ ਕਿਹਾ ਪ੍ਰਭੂ ਤੁਸੀਂ ਹੁਣ ਮਦਦ ਕਰੋ ਤੇ ਇਸ ਕੰਮ ਦੇ ਲਈ ਮੈਂ ਬਾਰ-ਬਾਰ ਉੱਥੇ ਕੋਰਟ ਵਿੱਚ ਨਹੀਂ ਜਾ ਸਕਦਾ। And I prayed that, Lord, you do something and help me. I cannot go to the court near time and time by. ਤੁਹਾਨੂੰ ਪਤਾ ਕੀ ਹੋਇਆ? Do you know what happened? ਇੱਕ ਚਮਤਕਾਰ ਹੋਇਆ। A miracle happened. ਇੱਕ ਦਿਨ 4 ਵਜੇ ਦਾ ਵਕਤ ਸੀਗਾ, It was 4 of the evening. ਅਤੇ ਮੈਂ ਬਾਹਰ ਬਿਲਡਿੰਗ ਦੇ ਵਿੱਚ ਘੁੰਮ ਰਿਹਾ ਸੀ, ਜਿਹੜੀ ਬਿਲਡਿੰਗ ਬਣ ਰਹੀ ਆ, And I was just walking around the new building. ਅਤੇ ਇੱਕ ਟੈਲੀਫੋਨ ਆਇਆ, And a call came. ਅਤੇ ਮੈਂ ਟੈਲੀਫੋਨ ਚੱਕਿਆ And I just took the call. ਤੇ ਉਸ ਵਿਅਕਤੀ ਨੇ ਕਿਹਾ ਕਿ ਹੈਲੋ ਪਾਸਟਰ ਜੀ, ਮੈਂ ਫਲਾਣਾ ਆਦਮੀ ਬੋਲ ਰਿਹਾ ਹਾਂ। And the call came from that side and said, hello, I am so and so person ਮੈਂ speaking. ਕਿਹਾ ਠੀਕ ਆ, ਹਾਂਜੀ ਸੁਣਾਓ ਕੀ ਹਾਲ ਹੈ? And I greeted him, okay, then how are you? ਅਤੇ ਉਸਨੇ ਕਿਹਾ ਅਸੀਂ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਾਂ। And he said that we would like to see you. ਤੇ ਮੈਂ ਵੀ ਉਸਨੂੰ ਕਿਹਾ ਆਜੋ, ਮੈਂ ਵੀ ਤੁਹਾਡੇ ਦਰਸ਼ਨ ਕਰਾਂਗਾ। And I too told him, I too want to see you, come over. ਅਤੇ 10 ਮਿੰਟ ਵਿੱਚ ਉਹ ਪਹੁੰਚ ਗਏ। And in 10 minutes he came and we over here. ਇੱਕ ਕਾਰ ਆਈ ਜਿਸ ਦੇ ਉੱਤੇ ਇੱਕ ਨੀਲੀ ਬੱਤੀ ਲੱਗੀ ਸੀ, A car came with a blue light on it. ਅਤੇ ਉਹ 5-6 ਆਦਮੀ ਉਤਰੇ, And 5 or 6 men came out of that ਅਤੇ ਮੈਂ car. ਉਹਨਾਂ ਨੂੰ ਪਾਣੀ ਪੂਣੀ ਆਫਰ ਕੀਤਾ, ਚਾਚੂ ਆਫਰ And ਕੀਤਾ, I offered them tea and drinks. ਅਸੀਂ ਬੈਠੇ ਗੱਲਾਂ ਬਾਤਾਂ ਕੀਤੀਆਂ, And we had a talk. ਮੈਂ ਉਹਨਾਂ ਨੂੰ ਪ੍ਰਭੂ ਦਾ ਵਚਨ ਸੁਣਾਇਆ, And I just preached them the word. ਤੇ ਹੈਲੋ ਹੈਲੋ ਹੋ ਗਈ, ਉੱਠ ਕੇ ਜਾਣ ਲੱਗੇ। And they were about to go. ਜਿਸ ਆਦਮੀ ਨੇ ਮੈਨੂੰ ਕਾਲ ਕੀਤਾ ਸੀ, The one who called me, ਉਸਨੇ ਕਿਹਾ ਪਾਸਟਰ ਜੀ ਇਹ ਆਪਣੇ ਤਹਿਸੀਲਦਾਰ ਸਾਹਿਬ ਆ, ਕੋਈ ਕੰਮ ਹੋਇਆ ਤਾਂ ਜ਼ਰੂਰ ਦੱਸਿਓ। and he said, Pastor, he's a tehsildar, and if you have any work, then just let us know. ਮੈਂ ਕਿਹਾ ਪੱਕੀ ਗੱਲ ਹੈ, ਕੰਮ ਕਰਨਗੇ? And that, is it fine? Will he do? ਕਹਿੰਦਾ ਹਾਂਜੀ, ਕਿਉਂ ਨਹੀਂ ਕਰਾਂਗੇ? ਤਹਿਸੀਲਦਾਰ ਸਾਹਿਬ ਕਹਿਣ ਲੱਗੇ। He said that, yeah, surely we will do. ਮੈਂ ਕਿਹਾ 5 ਮਿੰਟ ਹੋਰ ਬਹਿ ਜਾਓ ਫਿਰ। And then I told him, just sit again for 5 minutes. ਮੈਂ ਫਾਈਲ ਮੰਗਾਈ ਤੇ ਉੱਥੇ ਰੱਖ ਦਿੱਤੀ, ਮੈਂ ਕਿਹਾ ਕੰਮ ਹੋਇਆ ਮੇਰਾ। And I got the file, and I said, then this is the work. ਤੇ ਉਹ ਫਾਈਲ ਲੈ ਕੇ ਚਲੇ ਗਏ। And he took the file and went. ਠੀਕ 3 ਦਿਨ ਬਾਅਦ ਮੇਰੇ ਏਰੀਆ ਦਾ ਪਟਵਾਰੀ ਮੇਰੇ ਘਰ ਆਇਆ। After 3 days, the patwari of my area came. ਸਾਰਾ ਕੰਮ ਕਰਕੇ, ਸਾਰਾ ਕੁਝ ਕਰਕੇ, ਉਹਦੀ ਫਰਦ ਕਢਾ ਕੇ ਮੇਰੇ ਘਰ ਦੇ ਗਿਆ। And he did all the things and all the paper that were required. He came and gave me the file. ਮੈਂ
ਉੱਥੇ ਨਹੀਂ ਗਿਆ, I did not go over there. ਮੈਂ ਲੰਬੜਦਾਰ ਨਹੀਂ ਲੈ ਕੇ ਗਿਆ, I did not take any ਮੈਂ authority. ਕਿਸੇ ਆਦਮੀ ਦੀ ਮੈਨੂੰ ਜ਼ਰੂਰਤ ਨਹੀਂ ਪਈ। And I did not need any person. ਪਰ ਕਿਉਂ? But why? ਜਿਹਦਾ ਮੈਂ ਨੌਕਰ ਆ, The one whose servant I am. ਉਹਦੀ ਚੱਲਦੀ ਬਹੁਤ ਆ। And he is known everywhere. ਹਾਲੇਲੂਇਆ, Hallelujah. ਪ੍ਰੇਜ਼ ਦ ਲਾਰਡ। Praise the Lord. ਮੈਂ ਇਸ ਕਰਕੇ ਨਹੀਂ ਦੱਸ ਰਿਹਾ ਕਿ ਮੇਰੀ